गुड मॉर्निंग स्टूडेंट्स। बेटा ਅਸੀਂ ਆਲਰੇਡੀ ਤੁਹਾਨੂੰ ਪਤਾ ਹੈ ਕਿ ਲੈਸਨ ਨੰਬਰ 2 ਸਿਵਿਕਸ ਦਾ ਪੜ੍ਹ ਰਹੇ ਹਾਂ ਫੈਡਰਲਿਜ਼ਮ। ਇਸ ਲੈਸਨ ਦੇ ਵਿੱਚ ਅਸੀਂ ਆਲਰੇਡੀ ਫੈਡਰਲਿਜ਼ਮ ਦਾ ਮੀਨਿੰਗ ਕੀ ਹੈ, ਫੈਡਰਲਿਜ਼ਮ ਦੇ ਫੀਚਰਸ ਕੀ ਨੇ, ਟੂ ਟਾਈਪਸ ਆਫ ਫੈਡਰਲਿਜ਼ਮ ਵੀ ਤੁਸੀਂ ਡਿਸਕਸ ਕਰਨ ਤੋਂ ਬਾਅਦ ਲਰਨ ਕਰ ਰਹੇ ਹਾਂ। ਅੱਜ ਅਸੀਂ ਦੇਖਾਂਗੇ ਕਿ ਨੈਕਸਟ ਟੌਪਿਕ ਦੇ ਵਿੱਚ ਵਾਟ ਮੇਕਸ ਇੰਡੀਆ ਅ ਫੈਡਰਲ ਕੰਟਰੀ। ਇੰਡੀਆ ਇੱਕ ਫੈਡਰਲ ਕੰਟਰੀ ਹੈ ਔਰ ਕਿਵੇਂ ਪਤਾ ਲੱਗਦਾ ਹੈ ਕਿ ਇੰਡੀਆ ਵਾਕਿਆ ਦੇ ਵਿੱਚ ਇੱਕ ਫੈਡਰਲ ਕੰਟਰੀ ਹੈ। ਫੈਡਰਲਿਜ਼ਮ ਤੋਂ ਤੁਹਾਨੂੰ ਪਤਾ ਹੈ ਕਿ ਫੈਡਰਲਿਜ਼ਮ ਗਵਰਨਮੈਂਟ ਉਹ ਗਵਰਨਮੈਂਟ ਹੁੰਦੀ ਹੈ, ਫੈਡਰਲ ਗਵਰਨਮੈਂਟ, ਜਿੱਥੇ ਕਿ ਘੱਟ ਤੋਂ ਘੱਟ 2 ਲੈਵਲਸ ਆਫ ਗਵਰਨਮੈਂਟ ਹੋਣ ਜਾਂ 3 ਹੋਣ ਵੱਧ ਤੋਂ। ਸੋ ਹਿੰਦੁਸਤਾਨ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ, 3 ਲੈਵਲਸ ਆਫ ਗਵਰਨਮੈਂਟ ਬਣਾਏ ਗਏ ਨੇ। ਸੈਂਟਰਲ ਗਵਰਨਮੈਂਟ ਜਿਹਨੂੰ ਅਸੀਂ ਯੂਨੀਅਨ ਗਵਰਨਮੈਂਟ ਕਹਿੰਦੇ ਹਾਂ, ਸੈਕਿੰਡ ਹੈ ਸਟੇਟ ਗਵਰਨਮੈਂਟ, ਹਰ ਇੱਕ ਸਟੇਟ ਦੀ ਆਪਣੀ ਹੈ। ਦੈਨ ਲੋਕਲ ਗਵਰਨਮੈਂਟ ਹੈ ਸਾਡੇ ਕੋਲ, ਲੋਕਲ ਲੈਵਲ ਦੇ ਉੱਪਰ ਵਿਲੇजेस ਦੇ ਵਿੱਚ ਜਿਹੜੀਆਂ ਪੰਚਾਇਤਸ ਨੇ ਜਾਂ ਸਿਟੀਜ਼ ਦੇ ਜਿਹੜੀਆਂ ਮਿਊਨਿਸਪੈਲਿਟੀ ਗਵਰਨਮੈਂਟ ਹੈ, ਉਹ ਲੋਕਲ ਲੈਵਲ ਦੀ ਐਗਜ਼ਾਮਪਲ ਹੈ। ਸੋ ਅਸੀਂ ਡਿਸਕਸ ਕਰਾਂਗੇ ਕਿ ਇਹ ਵਿੱਚ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਹਿੰਦੁਸਤਾਨ ਵਾਕਿਆ ਇੱਕ ਫੈਡਰਲ ਕੰਟਰੀ ਹੈ। ਸੋ ਅਸੀਂ ਆਲਰੇਡੀ ਜਾਣ ਚੁੱਕੇ ਹਾਂ ਕਿ ਫੈਡਰਲਿਜ਼ਮ ਦੇ ਫੀਚਰਸ ਕੀ ਨੇ। ਸੋ ਫੈਡਰਲਿਜ਼ਮ ਦੇ ਫੀਚਰਸ ਨੂੰ 1 ਬਾਏ 1 ਇੰਡੀਅਨ ਗਵਰਨਮੈਂਟ ਦੇ ਉੱਪਰ ਅਪਲਾਈ ਕਰਕੇ ਦੇਖਾਂਗੇ ਕਿ ਕੀ ਇੰਡੀਆ ਜਿਹੜਾ ਹੈ ਵਾਕਿਆ ਦੇ ਵਿੱਚ ਇੱਕ ਫੈਡਰਲ ਕੰਟਰੀ ਹੈ। ਅਗਰ ਤਾਂ ਸਾਰੀਆਂ ਫੀਚਰਸ ਇੰਡੀਆ ਦੇ ਗਵਰਨਮੈਂਟ ਦੇ ਲਾਗੂ ਹੋਣਗੀਆਂ ਤਾਂ ਇੰਡੀਆ ਨੂੰ ਅਸੀਂ ਫੈਡਰਲ ਗਵਰਨਮੈਂਟ ਕਹਿ ਸਕਦੇ ਹਾਂ। ਸੋ ਲੈਟਸ ਡਿਸਕਸ 1 ਬਾਏ 1 all the features, let's apply all the features of federalism on India. So what makes India a federal country? Number 1 is all features of federalism apply on India. ਫੈਡਰਲਿਜ਼ਮ ਦੇ ਜਿੰਨੇ ਵੀ ਫੀਚਰ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ ਉਹ ਸਾਰੇ ਦੇ ਸਾਰੇ ਹਿੰਦੁਸਤਾਨ ਦੀ ਗਵਰਨਮੈਂਟ ਦੇ ਉੱਪਰ ਲਾਗੂ ਹੁੰਦੇ ਨੇ। ਅਸੀਂ ਡਿਸਕਸ ਕਰਾਂਗੇ ਕਿ ਸਾਨੂੰ ਪਤਾ ਹੈ ਕਿ ਇੰਡੀਆ 1947 ਦੇ ਵਿੱਚ ਇੰਡੀਪੈਂਡੈਂਟ ਹੋਇਆ ਸੀ, ਆਜ਼ਾਦ ਹੋਇਆ ਸੀਗਾ ਬ੍ਰਿਟਿਸ਼ ਤੋਂ। ਉਸ ਤੋਂ ਬਾਅਦ ਇੰਡੀਆ ਦਾ ਆਪਣਾ ਕਨਸਟੀਟਿਊਸ਼ਨ ਤਿਆਰ ਕੀਤਾ ਗਿਆ ਔਰ ਕਨਸਟੀਟਿਊਸ਼ਨ ਦੇ ਵਿੱਚ ਕਿਤੇ ਵੀ ਫੈਡਰਲ ਗਵਰਨਮੈਂਟ ਦਾ ਵਰਡ ਜਿਹੜਾ ਹੈ ਇਸਤੇਮਾਲ ਨਹੀਂ ਕੀਤਾ ਗਿਆ। ਲੇਕਿਨ ਇਹਦੇ ਬਾਵਜੂਦ ਇੰਡੀਅਨ ਕਨਸਟੀਟਿਊਸ਼ਨ ਦੇ ਜਿਹੜੀਆਂ ਪ੍ਰੋਵੀਜ਼ਨਸ ਕੀਤੀਆਂ ਗਈਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਪ੍ਰੋਵੀਜ਼ਨ ਜਿਹੜੀਆਂ ਨੇ ਫੈਡਰਲਿਜ਼ਮ ਵਾਲੀਆਂ ਨੇ, ਹਾਲਾਂਕਿ ਫੈਡਰਲ ਵਰਡ ਯੂਜ਼ ਨਹੀਂ ਹੋਇਆ। ਸੋ ਡਿਸਕਸ ਕਰਦੇ ਹਾਂ ਕਿ ਕਿਵੇਂ ਜਿਹੜਾ ਹੈ ਇੰਡੀਆ ਨੂੰ ਫੈਡਰਲ ਕੰਟਰੀ ਬਣਾਇਆ ਗਿਆ ਹੈ। ਜਦੋਂ ਕਨਸਟੀਟਿਊਸ਼ਨ ਬਣਾਇਆ ਗਿਆ ਸੀਗਾ ਤਾਂ ਉਸ ਟਾਈਮ 'ਤੇ ਸਿਰਫ 2 ਟਾਇਰਸ ਆਫ ਗਵਰਨਮੈਂਟ ਸੀਗੇ, 2 ਲੈਵਲਸ ਆਫ ਗਵਰਨਮੈਂਟ ਸੀਗੇ। ਯੂਨੀਅਨ ਗਵਰਨਮੈਂਟ ਜਿਹੜੀ ਕਿ ਸੈਂਟਰਲ ਗਵਰਨਮੈਂਟ ਸੀਗੀ ਔਰ ਸਟੇਟ ਗਵਰਨਮੈਂਟ ਜਿਹੜੀ ਕਿ ਹਰ ਇੱਕ ਸਟੇਟ ਦੇ ਵਿੱਚ ਸੀਗੀ। ਥੋੜ੍ਹੀ ਦੇਰ ਬਾਅਦ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਔਰ 3rd ਟਾਇਰ ਆਫ ਗਵਰਨਮੈਂਟ ਜਿਹੜਾ ਹੈ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ, ਜਿਹੜਾ ਕਿ ਲੋਕਲ ਗਵਰਨਮੈਂਟ ਹੈ, ਜਿਵੇਂ ਪੰਚਾਇਤਸ ਨੇ, ਮਿਊਨਿਸਪੈਲਿਟੀਜ਼ ਨੇ। ਸੋ ਲੈਟਸ ਡਿਸਕਸ 1 ਬਾਏ 1 all the features of federalism, whether they apply on India or not. Number 1, 3 tiers of government now. ਫੈਡਰਲਿਜ਼ਮ ਕਹਿੰਦਾ ਹੈ ਕਿ ਫੈਡਰਲ ਕੰਟਰੀ ਦੇ ਵਿੱਚ ਘੱਟੋ ਘੱਟ 2 ਲੈਵਲਸ ਆਫ ਗਵਰਨਮੈਂਟ ਹੋਣ ਜਾਂ 2 ਤੋਂ ਜ਼ਿਆਦਾ ਹੋਣ। ਟਾਇਰ ਦਾ ਮੀਨਿੰਗ ਲੈਵਲ ਹੁੰਦਾ। ਸੋ ਹਿੰਦੁਸਤਾਨ ਦੇ ਵਿੱਚ ਇਹ ਚੀਜ਼ ਅਪਲਾਈ ਹੁੰਦੀ ਹੈ ਫੈਡਰਲਿਜ਼ਮ ਦੀ, ਬਿਕੋਜ਼ देयर आर 3 ਟਾਇਰਸ ਆਫ ਗਵਰਨਮੈਂਟ ਨਾਓ। ਤੇ 3 ਟਾਇਰ ਆਫ ਗਵਰਨਮੈਂਟ ਨੇ। ਇੱਕ ਸਾਡੇ ਕੋਲ ਸੈਂਟਰਲ ਗਵਰਨਮੈਂਟ ਹੈ, ਯੂਨੀਅਨ ਗਵਰਨਮੈਂਟ ਹੈ ਜਿਹਨੂੰ ਅਸੀਂ ਕਹਿੰਦੇ ਹਾਂ। ਨੰਬਰ 2 ਦੇ ਉੱਪਰ ਹਰ ਇੱਕ ਸਟੇਟ ਦੀ ਆਪਣੀ ਸਟੇਟ ਗਵਰਨਮੈਂਟ ਹੈ ਔਰ 3rd ਟਾਇਰ ਸਾਡੇ ਕੋਲ ਹੈ ਲੋਕਲ ਗਵਰਨਮੈਂਟ ਦਾ। ਫੋਰ ਐਗਜ਼ਾਮਪਲ ਸਾਡੇ ਕੋਲ ਜਿਹੜਾ ਵਿਲੇਜ ਲੈਵਲ ਤੇ ਪੰਚਾਇਤਸ ਨੇ, ਇਸੇ ਤਰ੍ਹਾਂ ਹੀ ਸਿਟੀ ਲੈਵਲ ਦੇ ਉੱਪਰ ਮਿਊਨਿਸਪੈਲਿਟੀ ਗਵਰਨਮੈਂਟ ਹੈ। ਸੋ ਵੀ ਕੈਨ ਸੇ ਦੈਟ ਕਿ ਇਹ ਜਿਹੜੇ ਫੈਡਰਲਿਜ਼ਮ ਦੀ ਫੀਚਰ ਹੈ ਇਹ ਇੰਡੀਆ ਦੇ ਉੱਪਰ ਅਪਲਾਈ ਹੁੰਦੀ ਹੈ। ਨੈਕਸਟ, ਡਿਸਟ੍ਰੀਬਿਊਸ਼ਨ ਆਫ ਲੈਜਿਸਲੇਟਿਵ ਪਾਵਰਸ। ਫੈਡਰਲਿਜ਼ਮ ਇਹ ਵੀ ਕਹਿੰਦਾ ਹੈ ਕਿ ਜਿਹੜੀਆਂ ਪਾਵਰਸ ਨੇ ਸਟੇਟ ਗਵਰਨਮੈਂਟ ਦੀਆਂ ਔਰ ਯੂਨੀਅਨ ਗਵਰਨਮੈਂਟ ਦੀਆਂ ਉਹ ਡਿਵਾਈਡਡ ਹੋਣੀਆਂ ਚਾਹੀਦੀਆਂ ਨੇ ਬਾਈ ਕਨਸਟੀਟਿਊਸ਼ਨ। ਔਰ ਹਿੰਦੁਸਤਾਨ 'ਚ ਵੀ ਐਸਾ ਹੀ ਹੈ। ਹਿੰਦੁਸਤਾਨ ਦੇ ਵਿੱਚ ਸਟੇਟ ਨੂੰ ਜਿਹੜੀਆਂ ਨੇ ਅਲੱਗ ਲੈਜਿਸਲੇਟਿਵ ਪਾਵਰਸ ਮਿਲੀਆਂ ਹੋਈਆਂ ਨੇ ਔਰ ਸੈਂਟਰਲ ਗਵਰਨਮੈਂਟ ਨੂੰ ਅਲੱਗ ਲੈਜਿਸਲੇਟਿਵ ਪਾਵਰਸ ਮਿਲੀਆਂ ਹੋਈਆਂ ਨੇ। ਦੇਖਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਇਹ ਡਿਸਟ੍ਰੀਬਿਊਸ਼ਨ ਆਫ ਪਾਵਰ ਦੀ ਜਿਹੜੀ ਹੈ ਪ੍ਰੋਵੀਜ਼ਨ ਹੈ ਕਿਵੇਂ ਇੰਪਲੀਮੈਂਟ ਕੀਤੀ ਗਈ ਹੈ। ਨੰਬਰ 1 ਲਿਸਟ ਹੈ ਸੰਵਿਧਾਨ ਦੇ ਵਿੱਚ ਯੂਨੀਅਨ ਲਿਸਟ। ਯੂਨੀਅਨ ਲਿਸਟ ਉਹ ਲਿਸਟ ਹੈ ਜਿਹਦੇ ਉੱਪਰ ਕਿ ਸਿਰਫ ਯੂਨੀਅਨ ਗਵਰਨਮੈਂਟ ਭਾਵ ਸੈਂਟਰਲ ਗਵਰਨਮੈਂਟ ਹੀ ਲਾਅ ਬਣਾ ਸਕਦੀ ਹੈ। ਇਹਦੇ ਵਿੱਚ ਉਹ ਸਬਜੈਕਟ ਸ਼ਾਮਿਲ ਕੀਤੇ ਗਏ ਨੇ ਯੂਨੀਅਨ ਲਿਸਟ ਦੇ ਵਿੱਚ ਜਿਹੜੇ ਕਿ ਨੈਸ਼ਨਲ ਇੰਪੋਰਟੈਂਸ ਦੇ ਨੇ। ਫੋਰ ਐਗਜ਼ਾਮਪਲ ਡਿਫੈਂਸ ਹੈ, ਜਿਵੇਂ ਸਾਡੀ ਆਰਮੀ ਹੈ, ਬੈਂਕਿੰਗ ਹੈ, ਕਰੰਸੀ ਹੈ, ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਐਗਜ਼ਾਮਪਲਸ ਨੇ। ਸੋ ਨੈਸ਼ਨਲ ਇੰਪੋਰਟੈਂਸ ਦੇ ਜਿੰਨੇ ਵੀ ਸਬਜੈਕਟਸ ਨੇ ਉਹ ਯੂਨੀਅਨ ਗਵਰਨਮੈਂਟ ਨੂੰ ਦਿੱਤੇ ਗਏ ਨੇ। ਉਹਨਾਂ ਉੱਪਰ ਸਿਰਫ ਯੂਨੀਅਨ ਗਵਰਨਮੈਂਟ ਮੀਨਸ ਸੈਂਟਰਲ ਗਵਰਨਮੈਂਟ ਹੀ ਲਾਅ ਬਣਾ ਸਕਦੀ ਹੈ। ਸੈਕਿੰਡ ਸਾਡੇ ਕੋਲ ਜਿਹੜਾ ਲਿਸਟ ਆਉਂਦੀ ਹੈ ਉਹ ਹੈ ਸਟੇਟ ਲਿਸਟ। ਸਟੇਟ ਲਿਸਟ ਦੇ ਵਿੱਚ ਜਿਹੜੇ ਸਬਜੈਕਟ ਨੇ ਸਾਰੇ ਸਟੇਟ ਲੈਵਲ ਦੇ ਨੇ, ਲੋਕਲ ਲੈਵਲ ਦੇ ਨੇ ਔਰ ਇਹਨਾਂ ਦੇ ਉੱਪਰ ਸਿਰਫ ਸਟੇਟ ਗਵਰਨਮੈਂਟ ਹੀ ਕਾਨੂੰਨ ਬਣਾ ਸਕਦੀ ਹੈ ਔਰ ਉਹ ਕਾਨੂੰਨ ਸਿਰਫ ਉਸ ਪਰਟੀਕੂਲਰ ਸਟੇਟ ਵਾਸਤੇ ਹੋਣਗੇ। ਫੋਰ ਐਗਜ਼ਾਮਪਲ ਉਸ ਸਟੇਟ ਦੀ ਪੁਲਿਸ, ਉਸ ਸਟੇਟ ਦੀ ਐਗਰੀਕਲਚਰ ਦੇ ਰਿਗਾਰਡਿੰਗ ਜੋ ਵੀ ਲਾਅ ਬਣਾਉਣਾ ਹੈ ਉਹ ਸਟੇਟ ਆਪਣੀ ਸਟੇਟ ਦੇ ਅਕੋਰਡਿੰਗ ਹੀ ਬਣਾਉਂਦੀ ਹੈ। ਇਹਦੇ ਵਿੱਚ ਸੈਂਟਰ ਕੋਈ ਇੰਟਰਫੇਰੈਂਸ ਨਹੀਂ ਕਰਦਾ। 3rd ਲਿਸਟ ਹੈ ਕੌਨਕਰੈਂਟ ਲਿਸਟ। ਕੌਨਕਰੈਂਟ ਲਿਸਟ ਇੱਕ ਤਰ੍ਹਾਂ ਦੀ ਸਾਂਝੀ ਲਿਸਟ ਹੈ। ਕੌਨਕਰੈਂਟ ਲਿਸਟ ਜਿਹੜੀ ਹੈ ਇਹਦੇ ਵਿੱਚ ਜਿਹੜੇ ਸਬਜੈਕਟ ਨੇ ਉਹ ਨੈਸ਼ਨਲ ਇੰਪੋਰਟੈਂਸ ਦੇ ਵੀ ਨੇ
और वो ਜਿਹੜੇ ਸਟੇਟ ਇੰਪੋਰਟੈਂਸ ਦੇ ਵੀ ਨੇ। ਇਹਨਾਂ ਦੇ ਉੱਪਰ ਸਟੇਟ ਗਵਰਨਮੈਂਟ ਵੀ ਲਾਅ ਜਿਹੜੀ ਹੈ ਫਰੇਮ ਕਰ ਸਕਦੀ ਹੈ ਔਰ ਨਾਲ ਦੀ ਨਾਲ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹ ਵੀ ਲਾਅ ਜਿਹੜਾ ਹੈ ਫਰੇਮ ਕਰ ਸਕਦੀ ਹੈ। ਦੋਨੋਂ ਨੂੰ ਪਾਵਰਸ ਹੈ ਕਿ ਦੋਨੋਂ ਹੀ ਇਹਨਾਂ ਸਬਜੈਕਟਸ ਦੇ ਉੱਪਰ ਜਿਹੜਾ ਲਾਅ ਹੈ ਉਹ ਬਣਾ ਸਕਦੀਆਂ ਨੇ। ਲੇਕਿਨ ਅਗਰ ਇਹਦੇ ਵਿੱਚ ਹੋਰ ਵੀ ਇਹ ਵੀ ਦੇਖਣਾ ਹੋਵੇਗਾ, ਐਗਜ਼ਾਮਪਲ ਦੇਖੋ ਜਿਵੇਂ ਐਜੂਕੇਸ਼ਨ ਹੈ, ਹਰ ਇੱਕ ਸਟੇਟ ਦਾ ਆਪਣਾ ਆਪਣਾ ਐਜੂਕੇਸ਼ਨ ਬੋਰਡ ਹੈ ਪਲੱਸ ਸੈਂਟਰਲ ਗਵਰਨਮੈਂਟ ਦਾ ਵੀ ਐਜੂਕੇਸ਼ਨ ਬੋਰਡ ਹੈ। ਮੈਰਿਜ ਹੈ, ਸੋ ਇਹਨਾਂ ਦੇ ਉੱਪਰ ਜਿਹੜਾ ਹੈ ਕੌਨਕਰੈਂਟ ਲਿਸਟ ਦੇ ਉੱਪਰ ਸੈਂਟਰ ਵੀ ਲਾਅ ਬਣਾ ਸਕਦੀ ਹੈ ਔਰ ਸਟੇਟ ਵੀ ਬਣਾ ਸਕਦੀ ਹੈ। ਲੇਕਿਨ ਅਗਰ ਕੌਨਕਰੈਂਟ ਲਿਸਟ ਦੇ ਕਿਸੇ ਸਬਜੈਕਟ ਦੇ ਉੱਪਰ ਦੋਨੋਂ ਨੇ ਹੀ ਲਾਅ ਬਣਾਇਆ ਹੋਇਆ, ਸੈਂਟਰਲ ਗਵਰਨਮੈਂਟ ਨੇ ਵੀ ਔਰ ਸਟੇਟ ਗਵਰਨਮੈਂਟ ਨੇ ਵੀ, ਤਾਂ ਅਗਰ ਦੋਨੋਂ ਲਾਅ ਜਿਹੜੇ ਨੇ ਆਪਸ ਦੇ ਵਿੱਚ ਕਨਫਲਿਕਟ ਪੈਦਾ ਕਰ ਰਹੇ ਨੇ, ਤਕਰਾਰ ਪੈਦਾ ਕਰ ਰਹੇ ਨੇ, ਇੱਕ ਦੂਜੇ ਦੇ ਅਗੇਂਸਟ ਨੇ, ਤਾਂ ਫਿਰ ਐਸੇ ਹਾਲਾਤ ਦੇ ਵਿੱਚ ਜਿਹੜਾ ਸੈਂਟਰਲ ਗਵਰਨਮੈਂਟ ਦਾ ਲਾਅ ਹੋਏਗਾ ਉਹੀ ਜਿਹੜਾ ਹੈ ਐਪਲੀਕੇਬਲ ਮੰਨਿਆ ਜਾਏਗਾ। ਦੈਨ ਜਦੋਂ ਕਨਸਟੀਟਿਊਸ਼ਨ ਬਣਾਇਆ ਗਿਆ ਸੀ ਤਾਂ ਇਹ 3 ਹੀ ਲਿਸਟ ਜਿਹੜੀਆਂ ਸੀਗੀਆਂ ਬਣਾਈਆਂ ਗਈਆਂ ਸੀਗੀਆਂ। ਇਸ ਤੋਂ ਬਿਨਾਂ ਕਨਸਟੀਟਿਊਸ਼ਨ 'ਚ ਇਹ ਪ੍ਰੋਵੀਜ਼ਨ ਕੀਤੀ ਗਈ ਸੀਗੀ ਕਿ ਇਸ ਤੋਂ ਬਾਅਦ ਜਿਹੜੇ ਨਵੇਂ ਸਬਜੈਕਟ ਆਉਣਗੇ ਵਿਦ ਦਾ ਐਡਵਾਂਸਮੈਂਟ ਆਫ ਟੈਕਨੋਲੋਜੀ, ਵਿਦ ਦਾ ਚੇਂਜ ਇਨ ਟਾਈਮ, ਤਾਂ ਬਾਕੀ ਜਿਹੜੇ ਨਿਊ ਸਬਜੈਕਟ ਆਉਣਗੇ ਉਹ ਰੈਜ਼ੀਡਿਊਰੀ ਪਾਵਰਸ ਕਹਿਲਾਉਣਗੇ ਔਰ ਸਾਰੀਆਂ ਰੈਜ਼ੀਡਿਊਰੀ ਪਾਵਰਸ ਜਿਹੜੀਆਂ ਨੇ ਸਿਰਫ ਸੈਂਟਰਲ ਗਵਰਨਮੈਂਟ ਨੂੰ ਮਿਲੀਆਂ ਹੋਈਆਂ ਨੇ। ਰੈਜ਼ੀਡਿਊਰੀ ਪਾਵਰਸ ਮੀਨਸ ਜਿਹੜੇ ਬਚੇ ਹੋਏ ਸਬਜੈਕਟਸ ਨੇ ਜਿਹੜੇ ਨਿਊ ਆਏ ਨੇ। ਫੋਰ ਐਗਜ਼ਾਮਪਲ ਕੰਪਿਊਟਰ ਸੌਫਟਵੇਅਰ, ਜਦੋਂ ਕਨਸਟੀਟਿਊਸ਼ਨ ਬਣਿਆ ਸੀ ਉਦੋਂ ਇਹ ਜਿਹੜਾ ਸੀਗਾ ਸਬਜੈਕਟ ਨਹੀਂ ਸੀ ਹੈਗਾ, ਕੰਪਿਊਟਰ ਬਾਅਦ 'ਚ ਬਣੇ ਨੇ। ਸੋ ਕੰਪਿਊਟਰ ਸੌਫਟਵੇਅਰ ਜਿਹੜਾ ਹੈ ਰੈਜ਼ੀਡਿਊਰੀ ਸਬਜੈਕਟ ਦੇ ਅੰਡਰ ਆਏਗਾ ਔਰ ਇਹਦੇ ਉੱਪਰ ਸਿਰਫ ਸੈਂਟਰਲ ਗਵਰਨਮੈਂਟ ਹੀ ਲਾਅ ਬਣਾ ਸਕਦੀ ਹੈ। ਸੋ ਯੂਨੀਅਨ ਲਿਸਟ ਅੰਡਰ ਸੈਂਟਰ, ਸਟੇਟ ਲਿਸਟ ਅੰਡਰ ਸਟੇਟਸ, ਕੌਨਕਰੈਂਟ ਲਿਸਟ ਅੰਡਰ ਬੋਥ ਸਟੇਟ ਐਂਡ union government, and residuary powers they are under the central government only. So let's move forward. Other feature is some states have special status. ਆਪਾਂ ਫੈਡਰਲਿਜ਼ਮ 'ਚ ਦੇਖਿਆ ਹੈ ਕਿ ਫੈਡਰਲਿਜ਼ਮ ਦੇ ਵਿੱਚ ਜਿਹੜੀ ਖਾਸ ਕਰ ਹੋਲਡਿੰਗ ਟੂਗੇਦਰ ਫੈਡਰੇਸ਼ਨ ਹੁੰਦੀ ਹੈ ਜਿਵੇਂ ਇੰਡੀਆ ਹੈ, ਇਹਨਾਂ ਦੇ ਵਿੱਚ ਸਾਰੀਆਂ ਸਟੇਟਸ ਨੂੰ ਕਈ ਵਾਰੀ ਇਕੁਅਲ ਪਾਵਰਸ ਨਹੀਂ ਹੁੰਦੀਆਂ, ਕੁਝ ਸਟੇਟਸ ਨੂੰ ਸਪੈਸ਼ਲ ਸਟੇਟਸ ਦਿੱਤਾ ਜਾਂਦਾ ਹੈ। ਦਿਸ ਫੀਚਰ ਆਲਸੋ ਅਪਲਾਈਜ਼ ਔਨ ਇੰਡੀਆ ਐਜ਼ ਵੈਲ, ਬਿਕੋਜ਼ ਥੋੜ੍ਹੇ ਦੇਰ ਪਹਿਲਾਂ ਦੀ ਗੱਲ ਹੈ ਕਿ ਜੰਮੂ ਕਸ਼ਮੀਰ ਜਿਹੜਾ ਹੈ ਉਹਨੂੰ ਸਪੈਸ਼ਲ ਸਟੇਟਸ ਮਿਲਿਆ ਹੋਇਆ ਸੀਗਾ ਔਰ ਇਹ ਫੈਡਰਲਿਜ਼ਮ ਦਾ ਫੀਚਰ ਹੈ ਕਿ ਫੈਡਰਲਿਜ਼ਮ ਦੇ ਵਿੱਚ ਗਵਰਨਮੈਂਟ ਜਿਹੜੀ ਹੈ ਕੁਝ ਸਟੇਟ ਨੂੰ ਸਪੈਸ਼ਲ ਜਿਹੜਾ ਸਟੇਟਸ ਹੈ ਦੇ ਸਕਦੀ ਹੈ, ਹਾਲਾਂਕਿ ਉਹ ਸਪੈਸ਼ਲ ਸਟੇਟਸ ਹੁਣ ਖਤਮ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ ਕੁਝ ਨਾਰਥ ਈਸਟਰਨ ਸਟੇਟਸ ਜਿਹੜੀਆਂ ਨੇ ਉਹਨਾਂ ਨੂੰ ਵੀ ਇੰਡੀਅਨ ਗਵਰਨਮੈਂਟ ਨੇ ਸਪੈਸ਼ਲ ਸਟੇਟਸ ਦੇ ਰੱਖਿਆ ਹੈ, ਕਿਉਂਕਿ ਉੱਥੇ ਜਾਣ ਵਾਸਤੇ ਜਿਹੜਾ ਸਾਨੂੰ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਹੈ, ਫਿਰ ਅਸੀਂ ਉੱਥੇ ਐਂਟਰ ਹੋ ਸਕਦੇ ਹਾਂ। ਸੋ ਇਹ ਜਿਹੜਾ ਫੀਚਰ ਹੈ ਕਿ ਹੋਲਡਿੰਗ ਟੂਗੇਦਰ ਫੈਡਰੇਸ਼ਨ ਦੇ ਵਿੱਚ ਕੁਝ ਸਟੇਟਸ ਨੂੰ ਸਪੈਸ਼ਲ ਸਟੇਟਸ ਹੁੰਦਾ ਮਿਲਦਾ ਹੈ, ਉਹ ਇੰਡੀਆ ਦੇ ਉੱਪਰ ਵੀ ਅਪਲਾਈ ਹੁੰਦਾ। ਸੋ ਵੀ ਕੈਨ ਸੇ ਇੰਡੀਆ ਇਜ਼ ਅ ਫੈਡਰਲ ਕੰਟਰੀ। ਨੈਕਸਟ ਇਜ਼ ਇੰਡੀਅਨ ਫੈਡਰਲਿਜ਼ਮ ਅਰੇਂਜਮੈਂਟ ਕੈਨ ਨਾਟ ਬੀ ਚੇਂਜ ਯੂਨੀਲੈਟਰਲੀ। ਆਪਾਂ ਫੈਡਰਲਿਜ਼ਮ ਦੇ ਫੀਚਰ 'ਚ ਦੇਖਿਆ ਸੀਗਾ ਕਿ ਫੈਡਰਲ ਕੰਟਰੀ ਦੇ ਵਿੱਚ ਜਿਹੜੀਆਂ ਫੈਡਰਲ ਪ੍ਰੋਵੀਜ਼ਨਸ ਨੇ ਕਨਸਟੀਟਿਊਸ਼ਨ ਦੀਆਂ, ਉਹਨਾਂ ਨੂੰ ਸਿਰਫ ਸੈਂਟਰਲ ਗਵਰਨਮੈਂਟ ਇਕੱਲੀ ਨਹੀਂ ਬਦਲ ਸਕਦੀ ਔਰ ਇਹ ਚੀਜ਼ ਹਿੰਦੁਸਤਾਨ 'ਤੇ ਵੀ ਲਾਗੂ ਹੁੰਦੀ ਹੈ। ਹਿੰਦੁਸਤਾਨ ਦੇ ਵਿੱਚ ਵੀ ਜੋ ਫੈਡਰਲ ਪ੍ਰੋਵੀਜ਼ਨਸ ਆਫ ਕਨਸਟੀਟਿਊਸ਼ਨ ਨੇ ਉਹਨਾਂ ਨੂੰ ਇਕੱਲੀ ਸੈਂਟਰਲ ਗਵਰਨਮੈਂਟ ਚੇਂਜ ਨਹੀਂ ਕਰ ਸਕਦੀ ਯੂਨੀਲੈਟਰਲੀ, ਮੀਨਸ ਇਕੱਲਿਆਂ ਨਹੀਂ ਚੇਂਜ ਕਰ ਸਕਦੀ। ਅਗਰ ਅਸੀਂ ਫੈਡਰਲ ਪ੍ਰੋਵੀਜ਼ਨ ਵਿੱਚ ਕੋਈ ਅਮੈਂਡਮੈਂਟ ਕਰਨੀ ਹੈ ਤਾਂ ਕੀ ਹੋਏਗਾ, ਪਹਿਲਾਂ ਸੈਂਟਰਲ ਗਵਰਨਮੈਂਟ ਦੀਆਂ ਜਿਵੇਂ ਪਾਰਲੀਮੈਂਟ ਹੈ, ਪਾਰਲੀਮੈਂਟ ਦੇ ਦੋਨੋਂ ਹਾਊਸਿਸ 2/3 ਮੈਜੋਰਿਟੀ ਦੇ ਨਾਲ ਜਿਹੜਾ ਹੈ ਅਮੈਂਡਮੈਂਟ ਲਾਅ ਪਾਸ ਕਰਨਗੀਆਂ। ਉਸ ਤੋਂ ਬਾਅਦ ਜਿੰਨੀਆਂ ਸਟੇਟਸ ਨੇ ਉਨੀਆਂ ਸਟੇਟਸ ਦਾ ਘੱਟੋ ਘੱਟ ਹਾਫ ਜਿਹੜਾ ਹੈ, ਮਤਲਬ ਕਿ ਘੱਟੋ ਘੱਟ ਟੋਟਲ ਸਟੇਟਸ ਦੀਆਂ ਹਾਫ ਸਟੇਟਸ ਜਿਹੜੀਆਂ ਨੇ ਉਹ ਉਸ ਅਮੈਂਡਮੈਂਟ ਨੂੰ ਆਪਣੀ ਅਪਰੂਵਲ ਦੇਣਗੀਆਂ ਬਾਈ देयर ਲੈਜਿਸਲੇਟਿਵ ਕਾਉਂਸਿਲਸ ਔਰ ਲੈਜਿਸਲੇਟਿਵ ਅਸੈਂਬਲੀਜ਼, ਤਾਂ ਜਾ ਕੇ ਜਿਹੜਾ ਹੈ ਇਹ ਕੋਈ ਵੀ ਅਮੈਂਡਮੈਂਟ ਲਾਅ ਪਾਸ ਹੋਏਗਾ। ਕਹਿਣ ਦਾ ਮਤਲਬ ਕਿ ਅਗਰ ਕੋਈ ਫੈਡਰਲਿਜ਼ਮ ਦੇ ਵਿੱਚ ਦੀ ਕਨਸਟੀਟਿਊਸ਼ਨ ਦੀ ਫੈਡਰਲਿਜ਼ਮ ਜਿਹੜੀ ਪ੍ਰੋਵੀਜ਼ਨ ਹੈ ਉਹਦੇ 'ਚ ਕੋਈ ਅਮੈਂਡਮੈਂਟ ਕਰਨੀ ਹੈ, ਇਕੱਲੀ ਸੈਂਟਰਲ ਗਵਰਨਮੈਂਟ ਨਹੀਂ ਕਰ ਸਕਦੀ। ਹਿੰਦੁਸਤਾਨ ਦੇ ਵਿੱਚ ਸੈਂਟਰਲ ਗਵਰਨਮੈਂਟ ਨੂੰ ਘੱਟੋ ਘੱਟ 31 ਸਟੇਟਸ ਦੀ ਅਪਰੂਵਲ ਨਾਲ ਲੈਣੀ ਪੈਂਦੀ ਹੈ। ਸੋ ਇਟ ਮੀਨਸ ਕਿ ਇਹ ਵੀ ਜਿਹੜਾ ਫੀਚਰ ਹੈ ਫੈਡਰਲਿਜ਼ਮ ਦਾ ਉਹ ਇੰਡੀਅਨ ਗਵਰਨਮੈਂਟ ਦੇ ਉੱਪਰ ਲਾਗੂ ਹੁੰਦਾ ਹੈ। ਨੈਕਸਟ ਹੈ ਹਾਈ ਕੋਰਟਸ ਐਂਡ ਸੁਪਰੀਮ ਕੋਰਟਸ ਰੋਲ। ਅਸੀਂ ਫੈਡਰਲਿਜ਼ਮ ਦੇ ਫੀਚਰਸ ਪੜ੍ਹ ਕੇ ਆਏ ਹਾਂ ਕਿ ਜਿਹੜੀ ਜੁਡੀਸ਼ਰੀ ਹੁੰਦੀ ਹੈ ਉਹਦਾ ਬਹੁਤ ਵੱਡਾ ਰੋਲ ਹੁੰਦਾ ਹੈ ਫੈਡਰਲਿਜ਼ਮ ਨੂੰ ਅਪਲਾਈ ਕਰਨ ਦੇ ਵਿੱਚ, ਫੈਡਰਲਿਜ਼ਮ ਦੀ ਪ੍ਰੋਟੈਕਸ਼ਨ ਕਰਨ ਦੇ ਵਿੱਚ। ਔਰ ਅਗਰ ਫੈਡਰਲ ਕੰਟਰੀ ਦੇ ਵਿੱਚ ਕੋਈ ਝਗੜਾ ਪੈਦਾ ਹੁੰਦਾ ਹੈ ਸੈਂਟਰ ਸਟੇਟ ਦੇ ਵਿੱਚ ਜਾਂ ਦੋ ਸਟੇਟਸ ਦੇ ਆਪਸ ਦੇ ਵਿੱਚ, ਤਾਂ ਜੁਡੀਸ਼ਰੀ ਜਿਹੜੀ ਹੈ ਉਹ ਉਹਨਾਂ ਡਿਸਪਿਊਟਸ ਨੂੰ ਹੱਲ ਕਰਦੀ ਹੈ। ਔਰ ਇਹ ਚੀਜ਼ ਜਿਹੜੀ ਹੈ ਹਿੰਦੁਸਤਾਨ 'ਤੇ ਵੀ ਲਾਗੂ ਹੁੰਦੀ ਹੈ। ਹਿੰਦੁਸਤਾਨ ਦੇ ਵਿੱਚ ਵੀ ਜਿਹੜੀ ਸੁਪਰੀਮ ਕੋਰਟ ਹੈ, ਜਿਹੜੀਆਂ ਹਾਈ ਕੋਰਟਸ ਨੇ, ਇਹਨਾਂ ਕੋਲੇ ਪਾਵਰ ਹੈ ਕਿ ਅਗਰ ਜਿਹੜਾ ਹੈ ਡਿਫਰੈਂਟ ਯੂਨਿਟਸ ਆਫ ਫੈਡਰੇਸ਼ਨ ਦੇ ਵਿੱਚ ਜਿਹੜਾ ਹੈ ਕੋਈ ਤਕਰਾਰ ਪੈਦਾ ਹੁੰਦੀ ਹੈ, ਕੋਈ ਝਗੜਾ ਪੈਦਾ ਹੁੰਦਾ ਹੈ ਸੈਂਟਰ ਸਟੇਟ ਦੇ ਵਿੱਚ ਜਾਂ ਅਲੱਗ-ਅਲੱਗ ਸਟੇਟਸ ਦੇ ਵਿੱਚ, ਤਾਂ ਇਹ ਹਾਈ ਕੋਰਟਸ ਤੇ ਸੁਪਰੀਮ ਕੋਰਟ ਉਹਨੂੰ ਖਤਮ ਕਰਵਾ ਸਕਦੀ ਹੈ। ਸੋ ਵੀ ਕੈਨ ਸੇ ਇੰਡੀਆ ਇਜ਼ ਅ ਫੈਡਰਲ ਕੰਟਰੀ। ਨੈਕਸਟ ਹੈ ਸੈਪਰੇਟ ਸੋਰਸਿਸ ਆਫ ਰੈਵਨਿਊ। ਅਸੀਂ ਇਹ ਵੀ ਪੜ੍ਹ ਕੇ ਆਏ ਹਾਂ ਕਿ ਫੈਡਰਲ ਕੰਟਰੀ ਦਾ ਇਹਦੀ ਇਹ ਫੀਚਰ ਹੁੰਦੀ ਹੈ ਕਿ ਸੋਰਸਿਸ ਆਫ ਰੈਵਨਿਊ ਜਿਹੜੇ ਨੇ ਸੈਪਰੇਟ ਹੁੰਦੇ ਨੇ ਯੂਨੀਅਨ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਦੇ ਕਨਸਟੀਟਿਊਸ਼ਨ ਦੇ ਰਾਹੀਂ। ਔਰ ਹਿੰਦੁਸਤਾਨ 'ਚ ਵੀ ਐਸਾ ਹੀ ਹੈ।
बहुत सारे सोर्सिस ऑफ रेवन्यू ऐसे ने जो सेंट्रल गवर्नमेंट में दिते हुए हैं और इसी तरह कुछ सोर्सिस ऑफ रेवन्यू जोड़े ने वो स्टेट गवर्नमेंट्स में दिते हुए हैं। फॉर एग्जाम्पल इनकम टैक्स जो असी फाइल करते हैं वो असी सेंट्रल गवर्नमेंट में फाइल करते हैं, ठीक है जी। एग्रीकल्चर जोड़ा है वो उपर जो टैक्स कोई लगता हो, मान लो जिदा इरीगेशन का टैक्स है, नहर का मामला वगैरह है, तो स्टेट गवर्नमेंट को जाता है। इस तरह ही जी रजिस्ट्रेशन करवाने हैं कोर्ट्स के जाके वो भी जो रेवन्यू है वो स्टेट गवर्नमेंट में जाता है। सो इन्हों के जो सोर्सिस ऑफ रेवन्यू होंगे वो वंडे हुए होंगे स्टेट और सेंटर के, और ये चीज़ जी है इंडिया के भी अप्लाई होती है। सो वी कैन से दैट मोस्ट ऑफ द फीचर्स ऑफ फेडरलिज्म अप्लाई ऑन इंडियन गवर्नमेंट, हैंस वी कंक्लूड इंडिया इज़ अ प्योरली फेडरल कंट्री।